वेरी गुड आफ्टरनून स्टूडेंट्स। प्यारे बच्चों, तुसी ठीक हो? वेरी गुड। प्यारे बच्चों, अज असी पंजाबी पाठ पुस्तक का पाठ 18 बद्रीनाथ जी की यात्रा पाठ नूं करांगे। तुसी सारे बच्चे बच्चों अपनी पंजाबी पाठ पुस्तक का पेज नंबर 105 निकालो। प्यारे बच्चों, तुहानूं पता है कि जिहड़ा भारत देश है, भारत देश विच ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਤੇ ਵੱਖ-ਵੱਖ ਧਰਮਾਂ ਦੇ ਅਨੁਸਾਰ ਹੀ ਭਾਰਤ ਵਿੱਚ ਜਿਹੜੇ ਤੀਰਥ ਸਥਾਨ ਹਨ ਉਹ ਵੀ ਬਹੁਤ ਜ਼ਿਆਦਾ ਹਨ। ਜਿਹੜਾ ਉੱਤਰ ਪ੍ਰਦੇਸ਼ ਹੈ, ਉੱਤਰ ਪ੍ਰਦੇਸ਼ ਵਿੱਚ ਉੱਤਰ ਪ੍ਰਦੇਸ਼ ਸਾਰਾ ਧਾਰਮਿਕ ਤੀਰਥ ਸਥਾਨਾਂ ਤੋਂ ਭਰਿਆ ਹੋਇਆ ਹੈ। ਪਿਆਰੇ ਬੱਚੋ, ਬਦਰੀਨਾਥ ਦੀ ਯਾਤਰਾ ਅੱਜ ਅਸੀਂ ਪਾਠ ਕਰਾਂਗੇ। ਬਦਰੀਨਾਥ ਜੀ ਦੀ ਯਾਤਰਾ। ਜਦੋਂ ਵੀ ਅਸੀਂ ਕਿਸੇ ਤੀਰਥ ਸਥਾਨ ਦੀ ਯਾਤਰਾ ਕਰਦੇ ਹਾਂ ਬੱਚੋ, ਤੇ ਤੀਰਥ ਸਥਾਨ ਦੀ ਯਾਤਰਾ ਕਰਨ ਨਾਲ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਉੱਥੇ ਜਦੋਂ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ ਕਿਸੇ ਤਰ੍ਹਾਂ ਕਿਸੇ ਰੂਪ ਵਿੱਚ, ਤੇ ਸਾਡੇ ਮਨ ਦੀ ਇੱਛਾਵਾਂ ਵੀ ਪੂਰਨ ਹੁੰਦੀਆਂ। ਇਸ ਪਾਠ ਵਿੱਚ ਉੱਤਰਾਖੰਡ ਵਿੱਚ ਸਥਾਪਿਤ भगवान बद्रीनाथ जी के मंदिर ते उत्थे दी यात्रा बारे वर्णन किया गया है। ये यात्रा कठिन होने के बावजूद भी उत्थे लोग वड्डी पद्धर ते जाते हैं। बच्चों, ये जिहड़ा चित्र है ये देखो, गंगा दे उत्ते झूला बनिया होया है। ये चित्र वेखो, ये सारा चित्र बद्रीनाथ के आस पास का है। हुण प्यारे बच्चों, हुण असीं इस पाठ नूं पढ़ने आ। ਤੁਸੀਂ ਸਾਰੇ ਬੱਚੇ ਆਪਣੀ ਬੁੱਕ ਨੂੰ ਰੀਡਿੰਗ ਕਰਦੇ ਹੋਏ ਧਿਆਨ ਨਾਲ ਇਸ ਪਾਠ ਨੂੰ ਸੁਣੋ। ਬੜੀ ਦੇਰ ਦੀ ਇੱਛਾ ਸੀ ਕਿ ਭਗਵਾਨ ਬਦਰੀਨਾਥ ਜੀ ਦੀ ਯਾਤਰਾ ਕਰੀਏ, ਪਰੰਤੂ ਜਦੋਂ ਪਤਾ ਲੱਗਦਾ ਕਿ ਯਾਤਰਾ ਬੜੀ ਕਠਿਨ ਹੈ ਤਾਂ ਸਲਾਹ ਠੱਪ ਹੋ ਜਾਂਦੀ। ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ ਵਿੱਚ ਮਨ ਕੜਾ ਕਰਕੇ ਸਾਡਾ ਇਹ ਛੋਟਾ ਜਿਹਾ ਪਰਿਵਾਰ ਭਗਵਾਨ ਬਦਰੀਨਾਥ ਦੀ ਯਾਤਰਾ ਲਈ ਚੱਲ ਪਿਆ। ਅਸੀਂ ਜਲੰਧਰ ਤੋਂ ਰੇਲ ਗੱਡੀ ਰਾਹੀਂ ਹਰਿਦੁਆਰ ਤੇ ਹਰਿਦੁਆਰ ਤੋਂ ਰਿਸ਼ੀਕੇਸ਼ ਪਹੁੰਚੇ। ਰਿਸ਼ੀਕੇਸ਼ ਦੇ ਉੱਤਰਾਖੰਡ ਵਿੱਚ ਪ੍ਰਦੇਸ਼ ਦਾ ਇੱਕ ਪ੍ਰਵੇਸ਼ ਦੁਆਰ ਵੀ ਅਖਵਾਉਂਦਾ ਹੈ। ਰਿਸ਼ੀਕੇਸ਼ ਉੱਤਰਾਖੰਡ ਪ੍ਰਦੇਸ਼ ਦਾ ਇੱਕ ਪ੍ਰਵੇਸ਼ ਦੁਆਰ ਵੀ ਅਖਵਾਉਂਦਾ ਹੈ। ਹੇਮਕੁੰਡ ਸਾਹਿਬ, ਕੇਦਾਰਨਾਥ, ਬਦਰੀਨਾਥ ਦੀ ਯਾਤਰਾ ਕਰਨੀ ਹੋਵੇ ਤਾਂ ਰਿਸ਼ੀਕੇਸ਼ ਤੋਂ ਹੋ ਕੇ ਜਾਈਦਾ ਹੈ। ਇੱਥੇ ਗੰਗਾ ਨਦੀ ਦਾ ਸ਼ਾਂਤਮਈ ਵਹਾਅ ਵੇਖਣ ਨੂੰ ਮਿਲਦਾ ਹੈ। ਬੜੀ ਲੇਖਕ ਕਹਿੰਦਾ ਹੈ, ਮੇਰੀ ਬੜੀ ਇੱਛਾ ਸੀ ਕਿ ਬਦਰੀਨਾਥ ਦੀ ਯਾਤਰਾ ਕਰੀਏ, ਪਰੰਤੂ ਲੇਖਕ ਆਖਦਾ ਹੈ ਕਿ ਜਦੋਂ ਪਤਾ ਲੱਗਦਾ ਕਿ ਜਿਹੜੀ ਬਦਰੀਨਾਥ ਦੀ ਯਾਤਰਾ ਹੈ ਉਹ ਬੜੀ ਮੁਸ਼ਕਿਲ ਹੈ, ਬੜੀ ਕਠਿਨ ਹੈ, ਤਾਂ ਸਲਾਹ ਕਰਕੇ ਹੀ ਠੱਪ ਹੋ ਜਾਂਦੀ ਅਰਥਾਤ ਉਹ ਗੱਲ ਖਤਮ ਹੋ ਜਾਂਦੀ। ਪਰ ਇੱਕ ਵਾਰੀ ਲੇਖਕ ਆਖਦਾ ਹੈ ਕਿ ਗਰਮੀ ਦੀ ਛੁੱਟੀਆਂ ਵਿੱਚ ਪੱਕਾ ਨਿਸ਼ਚੈ ਕਰਨੇ, ਮਨ ਨੂੰ ਮਜ਼ਬੂਤ ਕਰਕੇ, ਇਹ ਮਨ ਪੱਕਾ ਕਰਕੇ ਸੋਚ ਲਿਆ ਕਿ ਇਸ ਵਾਰ ਅਸੀਂ ਬਦਰੀਨਾਥ ਦੀ ਯਾਤਰਾ 'ਤੇ ਜਾਵਾਂਗੇ, ਅਤੇ ਉਸ ਦਾ ਛੋਟਾ ਜਿਹਾ ਪਰਿਵਾਰ ਬਦਰੀਨਾਥ ਦੀ ਯਾਤਰਾ ਲਈ ਚੱਲ ਪਿਆ। ਉਹ ਕਿਵੇਂ ਗਏ? ਰੇਲ ਗੱਡੀ ਤੋਂ। ਜਲੰਧਰ ਤੋਂ ਹਰਿਦੁਆਰ ਤੋਂ ਰਿਸ਼ੀਕੇਸ਼ ਪਹੁੰਚੇ। ਰਿਸ਼ੀਕੇਸ਼ ਉੱਤਰਾਖੰਡ ਦਾ ਪ੍ਰਦੇਸ਼ ਦਾ ਇੱਕ ਪ੍ਰਵੇਸ਼ ਦੁਆਰ ਹੈ। ਉੱਤਰਾਖੰਡ ਵਿੱਚ ਪ੍ਰਵੇਸ਼ ਕਰਨਾ ਹੋਵੇ ਤਾਂ ਰਿਸ਼ੀਕੇਸ਼ ਕੀ ਹੈ? ਪ੍ਰਵੇਸ਼ ਦੁਆਰ। ਉੱਤਰਾਖੰਡ ਵਿੱਚ ਦਾਖਲ ਕਰਨ ਦਾ ਦਰਵਾਜ਼ਾ ਹੈ। ਹੇਮਕੁੰਡ ਸਾਹਿਬ, ਬਦਰੀਨਾਥ, ਕੇਦਾਰਨਾਥ ਦੀ ਯਾਤਰਾ ਕਰਨੀ ਹੋਵੇ ਤਾਂ ਰਿਸ਼ੀਕੇਸ਼ ਤੋਂ ਜਾਈਦਾ ਹੈ। ਰਿਸ਼ੀਕੇਸ਼ ਤੇ ਗੰਗਾ ਨਦੀ ਦਾ ਸ਼ਾਂਤਮਈ ਵਾਤਾਵਰਨ ਵੇਖਣ ਨੂੰ ਮਿਲਦਾ ਹੈ। ਬੱਚੋ, ਇਹ ਰਿਸ਼ੀਕੇਸ਼ ਹੈ ਤੇ ਇਹ ਕਿਹੜਾ ਝੂਲਾ ਹੈ? ਲਛਮਣ ਝੂਲਾ। ਕਿਹੜਾ ਝੂਲਾ ਹੈ? ਗੰਗਾ ਨਦੀ ਦੇ ਉੱਤੇ ਲਛਮਣ ਝੂਲਾ ਬਣਿਆ ਹੋਇਆ। ਰਿਸ਼ੀਕੇਸ਼ ਤੋਂ ਬਦਰੀਨਾਥ ਦੀ ਯਾਤਰਾ ਆਰੰਭ ਹੁੰਦੀ ਹੈ। ਇੱਥੇ ਚੱਲ ਕੇ ਪਹਿਲਾ ਸਭ ਤੋਂ ਵੱਡਾ ਸਥਾਨ ਆਉਂਦਾ ਹੈ ਦੇਵ ਪ੍ਰਯਾਗ। ਰਿਸ਼ੀਕੇਸ਼ ਤੋਂ ਬੱਚੋ ਕਿਸ ਦੀ ਯਾਤਰਾ ਆਰੰਭ ਹੁੰਦੀ ਹੈ? ਬਦਰੀਨਾਥ ਦੀ। ਇੱਥੋਂ ਚੱਲ ਕੇ ਸਭ ਤੋਂ ਪਹਿਲਾ ਵੱਡਾ ਸਥਾਨ ਆਉਂਦਾ ਹੈ ਦੇਵ ਪ੍ਰਯਾਗ। ਇਹ ਭਾਗੀਰਥੀ ਅਤੇ ਅਲਕਨੰਦਾ ਨਦੀਆਂ ਦਾ ਸੰਗਮ ਅਖਵਾਉਂਦਾ ਹੈ।
ਬੱਚੋ ਜਿਹੜਾ ਪ੍ਰਯਾਗ ਹੈ ਉੱਥੇ ਗੰਗਾ, ਯਮੁਨਾ ਅਤੇ ਸਰਸਵਤੀ ਤਿੰਨੋਂ ਨਦੀਆਂ ਦਾ ਆਪਸ ਵਿੱਚ ਮਿਲਨ ਹੁੰਦਾ ਹੈ ਤੇ ਉਸ ਨੂੰ ਦੇਵ ਪ੍ਰਯਾਗ ਆਖਦੇ ਹਨ। ਭਾਗੀਰਥੀ ਕੀ ਹੈ ਬੱਚੋ? ਗੰਗਾ। ਅਲਕਨੰਦਾ ਸਰਸਵਤੀ। ਦੇਵ ਪ੍ਰਯਾਗ ਦਾ ਇਹ ਸਥਾਨ ਵਿੱਚ ਦੋਵਾਂ ਨਦੀਆਂ ਦੇ ਵਿਚਕਾਰ ਸਥਿਤ ਹੈ। ਇਹ ਜਿਹੜਾ ਦੇਵ ਪ੍ਰਯਾਗ ਦਾ ਇਹ ਸਥਾਨ ਕਿਸ ਵਿੱਚ ਹੈ? ਦੋਵਾਂ ਨਦੀਆਂ ਦੇ ਵਿਚਕਾਰ। ਗੰਗਾ ਨਦੀ ਇੱਕ ਪਵਿੱਤਰ ਨਦੀ ਅਖਵਾਉਂਦੀ ਹੈ। ਭਗਵਾਨ ਗੀਤਾ ਵਿੱਚ ਗੰਗਾ ਨੂੰ ਈਸ਼ਵਰ ਦਾ ਰੂਪ ਮੰਨਿਆ ਗਿਆ ਹੈ। ਬੱਚੋ ਜਿਹੜੀ ਗੰਗਾ ਨਦੀ ਹੈ ਇੱਕ ਪਵਿੱਤਰ ਨਦੀ। ਗੰਗਾ ਨਦੀ ਕਿੱਥੇ ਹੈ ਬੱਚੋ? ਹਰਿਦੁਆਰ ਵਿੱਚ। ਕਿੱਥੇ ਹੈ ਬੱਚੋ? ਹਰਿਦੁਆਰ ਵਿੱਚ ਗੰਗਾ ਨਦੀ ਹੈ ਤੇ ਇਸ ਨੂੰ ਇੱਕ ਪਵਿੱਤਰ ਨਦੀ ਕਿਹਾ ਗਿਆ ਹੈ। ਭਗਵਤ ਗੀਤਾ ਵਿੱਚ ਗੰਗਾ ਨੂੰ ਈਸ਼ਵਰ ਦਾ ਰੂਪ ਹੀ ਮੰਨਿਆ ਗਿਆ ਹੈ। ਕਹਿੰਦੇ ਹਨ ਕਿ ਗੰਗਾ ਸਵਰਗ ਤੋਂ ਚੱਲ ਕੇ ਭੂਮੀ ਤੇ ਆਈ ਸੀ। ਇੱਕ ਕਥਾ ਅਨੁਸਾਰ ਰਾਜਾ ਭਾਗੀਰਥੀ ਨੇ ਗੰਗਾ ਨੂੰ ਧਰਤੀ ਤੇ ਲਿਆਂਦਾ ਸੀ ਤੇ ਕਹਿੰਦੇ ਹਨ ਬੱਚੋ ਜਿਹੜੀ ਗੰਗਾ ਨਦੀ ਹੈ ਇਹ ਸਵਰਗ ਤੋਂ ਚੱਲ ਕੇ ਧਰਤੀ ਹੇਠ ਆਈ ਹੋਈ ਹੈ। ਇੱਕ ਕਥਾ ਅਨੁਸਾਰ ਰਾਜਾ ਭਾਗੀਰਥੀ ਨੇ ਗੰਗਾ ਨੂੰ ਧਰਤੀ ਤੇ ਲਿਆਂਦਾ ਸੀ। ਉਸਨੇ ਭਗਵਾਨ ਸ਼ਿਵ ਦੀ ਉਹ ਆਰਾਧਨਾ ਕੀਤੀ ਕਿ ਭਗਵਾਨ ਨੂੰ ਗੰਗਾ ਨੂੰ ਆਪਣੀ ਜਟਾ ਤੋਂ ਆਪਣੀ ਧਰਤੀ ਤੇ ਭੇਜਣਾ ਹੀ ਪਿਆ। ਭਾਗੀਰਥ ਨੇ ਭਗਵਾਨ ਸ਼ਿਵ ਦੀ ਬੜੀ ਆਰਾਧਨਾ ਕੀਤੀ ਤੇ ਉਸ ਨੂੰ ਗੰਗਾ ਨਦੀ ਨੂੰ ਧਰਤੀ ਤੇ ਭੇਜਣਾ ਹੀ ਪਿਆ। ਇਹ ਸੱਚ ਹੈ ਕਿ ਗੰਗਾ ਭਗਵਾਨ ਸ਼ਿਵ ਦੀਆਂ ਜਟਾ ਵਿੱਚੋਂ ਬਿਰਾਜਮਾਨ ਹੈ। ਗੰਗਾ ਬੱਚੋਂ ਕਿੱਥੋਂ ਨਿਕਲਦੀ ਹੈ? ਭਗਵਾਨ ਸ਼ਿਵ ਦੀ ਜਟਾ ਵਿੱਚੋਂ ਬਿਰਾਜਮਾਨ ਹੈ। ਅਸੀਂ ਬਦਰੀਨਾਥ ਲਈ ਰਿਸ਼ੀਕੇਸ਼ ਦੀ ਯਾਤਰਾ ਆਰੰਭ ਕੀਤੀ। ਇਹ ਬੱਚੋ ਚਿੱਤਰ ਜਿਹੜਾ ਤੁਹਾਨੂੰ ਵਿਖਾਈ ਦੇ ਰਿਹਾ ਹੈ ਇਹ ਚਿੱਤਰ ਕਿਸ ਚੀਜ਼ ਦਾ ਹੈ? ਗੰਗਾ ਮਈਆ ਦਾ। ਚਿੱਤਰ ਕਿਸ ਚੀਜ਼ ਦਾ? ਗੰਗਾ ਮਈਆ ਦਾ। ਉਹ ਕਿਸ ਦਾ ਸੀ? ਰਿਸ਼ੀਕੇਸ਼ ਦਾ। ਇਹ ਹਰਿਦੁਆਰ ਦੀ ਗੰਗਾ ਮਾਂ ਦਾ ਚਿੱਤਰ ਹੈ। ਅਸੀਂ ਬਦਰੀਨਾਥ ਲਈ ਰਿਸ਼ੀਕੇਸ਼ ਤੋਂ ਯਾਤਰਾ ਆਰੰਭ ਕੀਤੀ। ਅਸੀਂ ਜਿਉਂ-ਜਿਉਂ ਘਾਟੀਆਂ ਚੜ੍ਹਦੇ ਜਾ ਰਹੇ ਸੀ ਲੱਗਦਾ ਸੀ ਜਿਵੇਂ ਅਸੀਂ ਸਵਰਗ ਲੋਕ ਵਿੱਚ ਪਹੁੰਚ ਗਏ ਹਾਂ। ਇੱਕ ਪਾਸੇ ਡੂੰਘੀਆਂ ਖੱਡਾਂ ਸਨ ਤੇ ਦੂਜੇ ਪਾਸੇ ਆਸਮਾਨ ਨਾਲ ਗੱਲਾਂ ਕਰਦੇ ਪਹਾੜ। ਜਿੰਨੇ ਵੀ ਬੱਚੋਂ ਪਹਾੜੀ ਇਲਾਕੇ ਤੇ ਤੀਰਥ ਸਥਾਨ ਹਨ ਉਹ ਕੀ ਹਨ? ਇੱਕ ਪਾਸੇ ਕੀ ਹਨ? ਖੱਡਾ ਕੀ ਆ? ਖਾਈਆਂ। ਕੀ ਹਨ? ਖਾਈਆਂ। ਤੇ ਦੂਜੇ ਪਾਸੇ ਵੱਡੇ ਪਹਾੜ ਜਿਹੜੇ ਆਸਮਾਨ ਨਾਲ ਉੱਚੇ ਪਹਾੜ, ਆਸਮਾਨ ਨਾਲ ਗੱਲਾਂ ਕਰਦੇ ਵੱਡੇ ਪਹਾੜ ਦਿਖਾਈ ਦੇ ਰਹੇ ਸਨ। ਚਲਦੇ ਅਸੀਂ ਜੋਸ਼ੀਮਠ ਪਹੁੰਚ ਗਏ। ਜੋਸ਼ੀਮਠ ਤੋਂ ਅਗਲੀ ਸੜਕ ਇੰਨੀ ਤੰਗ ਸੀ ਕਿ ਇੱਥੇ ਮੋਟਰ ਗੱਡੀਆਂ ਬੜੀ ਹੌਲੀ ਗਤੀ ਨਾਲ ਚੱਲਦੀਆਂ ਹਨ। ਚਲਦੇ ਕਿੱਥੇ ਪਹੁੰਚ ਗਏ? ਜੋਸ਼ੀਮਠ ਪਹੁੰਚ ਗਏ। ਜੋਸ਼ੀਮਠ ਤੇ ਇੱਥੇ ਗੱਡੀਆਂ ਜੋਸ਼ੀਗੜ੍ਹ ਤੋਂ ਜਿਹੜੀ ਅਗਲੀ ਸੜਕ ਹੈ ਉਹ ਬੜੀ ਤੰਗ ਹੈ, ਬੜੀ ਸੋਹਣੀ ਸੜਕ ਹੈ, ਬੜੀ ਤੰਗ ਸੜਕ ਹੈ ਤੇ ਇੱਥੇ ਮੋਟਰ ਗੱਡੀਆਂ ਬੜੀ ਹੌਲੀ ਗਤੀ ਨਾਲ ਚਲਦੀਆਂ ਹਨ, ਬਲਕਿ ਇੱਕ ਤਰਫਾ ਮਾਰਗ ਬਣ ਕੇ ਚਲਦੀਆਂ ਹਨ। ਇੱਕ ਤਰਫਾ ਪਹਿਲੇ ਇੱਕ ਸਾਈਡ ਤੋਂ ਲੋਕ ਆਉਣਗੇ, ਦੂਜੇ ਸਾਈਡ ਦੇ ਲੋਕ ਰੋਕ ਕੇ ਰੱਖਦੇ ਹਨ, ਫਿਰ ਦੂਜੇ ਸਾਈਡ ਦੇ ਲੋਕ ਚੱਲਦੇ ਹਨ। ਕਹਿੰਦੇ ਹਨ ਕਿ ਜਦੋਂ ਠੰਡ ਕਾਰਨ ਬਦਰੀਨਾਥ ਮੰਦਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਇੱਥੇ ਜੋਸ਼ੀਮਠ ਵਿੱਚ ਹੀ ਪੂਜਾ ਕੀਤੀ ਜਾਂਦੀ ਹੈ। ਜਦੋਂ ਜ਼ਿਆਦਾ ਠੰਡ ਪੈਂਦੀ ਹੈ ਬੱਚੋ ਤੇ ਬਦਰੀਨਾਥ ਵਿੱਚ ਬਰਫ਼ ਪੈ ਜਾਂਦੀ ਹੈ ਤੇ ਉਸ ਦੇ ਜਿਹੜੇ ਰਸਤੇ ਹਨ ਉਹ ਮੰਦਿਰ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਜੋਸ਼ੀਮਠ ਤੇ ਹੀ ਬਦਰੀਨਾਥ ਦੀ ਪੂਜਾ ਕੀਤੀ ਜਾਂਦੀ ਹੈ। ਰਸਤੇ ਵਿੱਚ ਸਾਨੂੰ ਇੱਕ ਮਹਾਤਮਾ ਜੀ ਮਿਲੇ। ਉਹ ਵੀ ਬਦਰੀਨਾਥ ਦੀ ਯਾਤਰਾ ਲਈ ਜਾ ਰਹੇ ਸਨ। ਉਹ ਲਗਭਗ ਹਰ ਸਾਲ ਇਹ ਯਾਤਰਾ ਕਰਦੇ ਸਨ। ਉਹ ਸਾਨੂੰ ਇਹਨਾਂ ਸਥਾਨਾਂ ਦੀ ਮਹਾਨਤਾ ਬਾਰੇ ਵੀ ਦੱਸਦੇ ਜਾ ਰਹੇ ਸਨ। ਉਹ ਸਾਨੂੰ ਦੱਸ ਰਹੇ ਸਨ ਕਿ ਇੱਕ ਵਾਰ ਲੁਟੇਰਿਆਂ ਨੇ ਇਹਨਾਂ ਮੰਦਿਰ ਨੂੰ ਤਬਾਹ ਕਰ ਦਿੱਤਾ। 6ਵੀਂ-7ਵੀਂ ਸਦੀ ਵਿੱਚ ਸ਼ੰਕਰਾਚਾਰਿਆ ਜੀ ਨੇ ਇਸ ਮੰਦਿਰ ਨੂੰ ਨਵੇਂ ਸਿਰੋਂ ਸਥਾਪਿਤ ਕੀਤਾ। ਅੱਜ ਕੱਲ੍ਹ ਜੋ ਬਦਰੀਨਾਥ ਦਾ ਮੰਦਿਰ ਅਸੀਂ ਵੇਖ ਰਹੇ ਹਾਂ ਇਹ ਗੜਵਾਲ ਦੇ ਰਾਜਾ ਭੋਗਦੱਤ ਨੇ ਬਣਵਾਇਆ ਹੈ। ਉਹਨਾਂ ਨੇ ਇਸ ਨੂੰ 15ਵੀਂ ਸਦੀ ਵਿੱਚ ਸਥਾਪਿਤ ਕੀਤਾ ਸੀ। ਲੇਖਕ ਆਖਦਾ ਹੈ ਜਦੋਂ ਅਸੀਂ ਚੱਲ ਰਹੇ ਸਨ ਸਾਨੂੰ ਰਸਤੇ ਵਿੱਚ ਇੱਕ ਮਹਾਤਮਾ ਜੀ ਮਿਲੇ। ਉਹ ਵੀ ਬਦਰੀਨਾਥ ਦੀ ਯਾਤਰਾ ਕਰਨ ਲਈ ਜਾ ਰਹੇ ਸਨ। ਲਗਭਗ ਹਰ ਸਾਲ ਉਹ ਬਦਰੀਨਾਥ ਦੀ ਯਾਤਰਾ ਕਰਦੇ ਸਨ। ਉਹਨਾਂ ਨੇ ਸਾਨੂੰ ਇਹਨਾਂ ਸਥਾਨਾਂ ਦੀ ਮਹਾਨਤਾ ਬਾਰੇ ਵੀ ਦੱਸਿਆ
ਕਿ ਉਹ ਸਾਨੂੰ ਦੱਸ ਰਹੇ ਸਨ ਕਿ ਇੱਕ ਵਾਰ ਲੁਟੇਰਿਆਂ ਨੇ ਇਹਨਾਂ ਮੰਦਰਾਂ ਨੂੰ ਤਬਾਹ ਕਰ ਦਿੱਤਾ ਸੀ। ਲੁਟੇਰਿਆਂ ਨੇ ਕੀ ਕੀਤਾ? ਇਹਨਾਂ ਮੰਦਰਾਂ ਨੂੰ ਤਬਾਹ ਕਰ ਦਿੱਤਾ। 6ਵੀਂ 7ਵੀਂ ਸਦੀ ਵਿੱਚ ਸ਼ੰਕਰਾਚਾਰਿਆ ਜੀ ਨੇ ਇਸ ਮੰਦਰ ਨੂੰ ਨਵੇਂ ਸਿਰੋਂ ਸਥਾਪਿਤ ਕੀਤਾ। ਮੰਦਰ ਨੇ 6ਵੀਂ 7ਵੀਂ ਸਦੀ ਸ਼ੰਕਰਾਚਾਰਿਆ ਇੱਕ ਮਹਾਨ ਸੰਤ ਮਹਾਤਮਾ ਸਨ। ਉਹਨਾਂ ਨੇ ਇਸ ਮੰਦਰ ਨੂੰ ਦੁਬਾਰਾ ਤੋਂ ਸਥਾਪਿਤ ਕੀਤਾ। ਅੱਜ ਕੱਲ੍ਹ ਜਿਹੜਾ ਬਦਰੀਨਾਥ ਦਾ ਮੰਦਿਰ ਹੈ ਅਸੀਂ ਵੇਖ ਰਹੇ ਹਾਂ, ਇਹ ਗੜਵਾਲ ਦੇ ਰਾਜਾ ਭੋਗਦੱਤ ਨੇ ਬਣਵਾਇਆ ਸੀ। ਕਿਸ ਨੇ ਬਣਵਾਇਆ ਸੀ? ਗੜਵਾਲ ਦੇ ਰਾਜਾ ਭੋਗਦੱਤ ਨੇ ਬਣਵਾਇਆ ਸੀ। ਉਹਨਾਂ ਨੇ ਇਸ ਨੂੰ 15ਵੀਂ ਸਦੀ ਵਿੱਚ ਸਥਾਪਿਤ ਕੀਤਾ। ਇਹ ਬੱਚੋ ਚਿੱਤਰ ਕਿਸ ਚੀਜ਼ ਦਾ ਹੈ? ਬਦਰੀਨਾਥ ਦਾ। ਇਹ ਚਿੱਤਰ ਕਿਸ ਚੀਜ਼ ਦਾ ਹੈ? ਬਦਰੀਨਾਥ ਦਾ। ਅਸੀਂ ਵੇਖਦੇ ਬਦਰੀਨਾਥ ਜੀ ਦੇ ਦਰਸ਼ਨਾਂ ਲਈ ਬਹੁ ਗਿਣਤੀ ਵਿੱਚ ਲੋਕ ਜਾ ਰਹੇ ਸਨ। ਲੇਖਕ ਕਹਿੰਦਾ ਸੀ ਰਸਤੇ ਵਿੱਚ ਵੇਖਿਆ ਕਿ ਜਿਹੜਾ ਬਦਰੀਨਾਥ ਦੀ ਯਾਤਰਾ ਦੇ ਲਈ ਬਹੁਤ ਸਾਰੇ ਲੋਕ ਜਾ ਰਹੇ ਸਨ। ਇਹ ਰਸਤਾ ਇੰਨਾ ਜੋਖਮ ਭਰਿਆ ਸੀ ਕਿ ਕਈ ਵਾਰ ਤਾਂ ਅਸੀਂ ਡਿੱਗਦੇ ਬਚੇ। ਜਿਹੜਾ ਰਸਤਾ ਸੀ ਉਹ ਬੜਾ ਖਤਰਨਾਕ ਸੀ, ਕਿਉਂਕਿ ਸਘਨਾ ਸੀ, ਤੰਗ ਸੀ। ਦੂਜਾ ਇੱਕ ਪਾਸੇ ਪਹਾੜ, ਦੂਜੇ ਪਾਸੇ ਵੱਡੀਆਂ ਵੱਡੀਆਂ ਖਾਈਆਂ ਸਨ ਅਤੇ ਜੋਖਮ ਭਰਿਆ ਸੀ। ਕਈ ਵਾਰ ਤਾਂ ਅਸੀਂ ਡਿੱਗਦੇ ਬਚੇ। ਲੇਖਕ ਆਖਦਾ ਕਈ ਵਾਰੀ ਅਸੀਂ ਡਿੱਗਣ ਲੱਗੇ ਪਰ ਅਸੀਂ ਬਚ ਗਏ। ਆਖਿਰ ਇਹਨਾਂ ਜੋਖਮ ਭਰਿਆ ਰਸਤਿਆਂ ਵਿੱਚ ਹੁੰਦੇ ਹੋਏ ਅਸੀਂ ਭਗਵਾਨ ਬਦਰੀਨਾਥ ਜੀ ਦਰਸ਼ਨ ਕੀਤੇ। ਲੇਖਕ ਆਖਦਾ ਇਹਨਾਂ ਜੋਖਮ ਭਰਿਆ ਰਸਤੇ ਨੂੰ ਡਿੱਗਦੇ ਪਾਰ ਕਰਦੇ ਹੋਏ ਅਸੀਂ ਭਗਵਾਨ ਬਦਰੀਨਾਥ ਦੀ ਯਾਤਰਾ ਕੀਤੀ। ਇਹ ਬੱਚੋ ਮੰਦਿਰ ਕਿਸ ਦਾ ਹੈ? ਬਦਰੀਨਾਥ ਦਾ। ਕਿਸ ਦਾ ਮੰਦਿਰ ਹੈ? ਬਦਰੀਨਾਥ ਦਾ, ਜਿਸ ਤੇ ਭਗਵਾਨ ਸ਼ਿਵ ਦੀ ਆਪਣੀ ਯਾਤਰਾ ਸਫਲ ਹੋਈ ਦੇਖ ਕੇ ਅਸੀਂ ਬੜੇ ਖੁਸ਼ ਹੋਏ। ਅਸੀਂ ਜਦੋਂ ਦਰਸ਼ਨ ਕੀਤੇ ਤੇ ਆਪਣੀ ਯਾਤਰਾ ਸਫਲ ਹੋ ਗਈ, ਇਹ ਸੋਚ ਕੇ ਸਾਨੂੰ ਬੜੀ ਖੁਸ਼ੀ ਮਿਲੀ। ਅੱਜ ਕੱਲ੍ਹ ਗਰਮੀਆਂ ਦੇ 1-2 ਮਹੀਨੇ ਵਿੱਚ ਇਸ ਰਸਤੇ ਵਿੱਚ ਬੜੀ ਭੀੜ ਲੱਗ ਪਈ ਹੈ। ਗਰਮੀਆਂ ਵਿੱਚ ਇੱਥੇ ਬਰਫ਼ ਘੱਟ ਹੁੰਦੀ ਹੈ ਅਤੇ 2-3 ਮਹੀਨੇ ਇਸ ਰਸਤੇ ਵਿੱਚ ਬੜੀ ਭੀੜ ਹੋਣ ਲੱਗ ਪਈ ਹੈ। ਮੋਟਰ ਗੱਡੀਆਂ ਦੀ ਭੀੜ ਵੀ ਵੱਧਦੀ ਜਾ ਰਹੀ ਹੈ। ਲੋਕ ਛੁੱਟੀਆਂ ਕੱਟਣ ਲਈ ਇਸ ਪਵਿੱਤਰ ਤੀਰਥਾਂ ਦਰਸ਼ਨਾਂ ਲਈ ਹਰ ਸਾਲ ਵੱਡੀ ਮਾਤਰਾ ਵਿੱਚ ਆਉਂਦੇ ਹਨ। ਗਰਮੀਆਂ ਦੇ 2-3 ਮਹੀਨੇ ਇੱਥੇ ਬੜੀ ਭੀੜ ਹੁੰਦੀ ਹੈ ਅਤੇ ਲੋਕਾਂ ਦੀ ਮੋਟਰ ਗੱਡੀਆਂ ਦੀ ਭੀੜ ਵੱਧਦੀ ਜਾ ਰਹੀ ਹੈ ਅਤੇ ਲੋਕ ਛੁੱਟੀਆਂ ਕੱਟਣ ਲਈ ਇਸ ਪਵਿੱਤਰ ਸਥਾਨ ਦੇ ਦਰਸ਼ਨ ਲਈ ਹਰ ਸਾਲ ਵੱਡੀ ਮਾਤਰਾ ਵਿੱਚ ਬਹੁਤ ਸਾਰੇ ਲੋਕ ਇਸ ਵਿੱਚ ਦਰਸ਼ਨ ਕਰਨ ਲਈ ਆਉਂਦੇ ਹਨ। ਬਹੁਤ ਵੱਡੀ ਗਿਣਤੀ ਵਿੱਚ ਲੋਕ ਆਉਣ ਲੱਗ ਪਏ ਹਨ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਅਤੇ ਜਿਹੜੀ ਪ੍ਰਦੂਸ਼ਣ ਦੀ ਮਾਤਰਾ ਹੈ ਉਹ ਵੱਧਦੀ ਜਾ ਰਹੀ ਹੈ, ਕਿਉਂਕਿ ਮੋਟਰ ਗੱਡੀਆਂ ਜ਼ਿਆਦਾ ਵੱਧ ਰਹੀਆਂ ਹਨ, ਜ਼ਿਆਦਾ ਲੋਕ ਆਉਂਦੇ ਹਨ ਅਤੇ ਇਸ ਕਰਕੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧਦੀ ਜਾ ਰਹੀ ਹੈ। ਪ੍ਰਦੂਸ਼ਣ ਕਾਰਨ ਭਗਵਾਨ ਬਦਰੀਨਾਥ ਦੀ ਮੂਰਤੀ ਦਾ ਖੱਬਾ ਹੱਥ ਘਟਦਾ ਜਾ ਰਿਹਾ ਹੈ। ਦੇਖੋ ਬੱਚੋ, ਪ੍ਰਦੂਸ਼ਣ ਦੇ ਕਾਰਨ ਭਗਵਾਨ ਬਦਰੀਨਾਥ ਦੀ ਮੂਰਤੀ ਦਾ ਜਿਹੜਾ ਖੱਬਾ ਹੱਥ ਹੈ ਉਹ ਘਟਦਾ ਜਾ ਰਿਹਾ ਹੈ, ਮਤਲਬ ਘਟਦਾ ਜਾ ਰਿਹਾ ਹੈ। ਪ੍ਰਦੂਸ਼ਣ ਦੇ ਨਾਲ ਉਹ ਖਰਾਬ ਹੁੰਦਾ ਜਾ ਰਿਹਾ ਹੈ। ਇਸ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਪ੍ਰਦੂਸ਼ਣ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਇਸ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸਾਨੂੰ ਪ੍ਰਦੂਸ਼ਣ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ। ਬੱਚੋ, ਅਸੀਂ ਇਸ ਪਾਠ ਵਿੱਚ ਬਦਰੀਨਾਥ ਤੀਰਥ ਸਥਾਨ ਦੇ ਬਾਰੇ ਪੜ੍ਹਿਆ ਕਿ ਉਸ ਦਾ ਰਸਤਾ ਕਿਵੇਂ ਹੈ। ਉਸ ਦਾ ਰਸਤਾ ਜਾਣ ਲਈ ਸਭ ਤੋਂ ਪਹਿਲੇ ਸਾਨੂੰ ਰਿਸ਼ੀਕੇਸ਼ ਜਾਣਾ ਪੈਂਦਾ ਹੈ। ਰਿਸ਼ੀਕੇਸ਼ ਤੋਂ ਬਦਰੀਨਾਥ ਕੇਦਾਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ। ਫਿਰ ਅਸੀਂ ਜੋਸ਼ੀਮਠ ਤੋਂ ਅੱਗੇ ਬਦਰੀਨਾਥ ਦੀ ਯਾਤਰਾ ਸ਼ੁਰੂ ਹੁੰਦੀ ਹੈ। ਉਸ ਦਾ ਬਦਰੀਨਾਥ ਦੀ ਰਸਤਾ ਕਿਸ ਤਰ੍ਹਾਂ ਹੈ? ਇੱਕ ਪਾਸੇ ਪਹਾੜ, ਦੂਜੇ ਪਾਸੇ ਖਾਈਆਂ ਹਨ, ਪਰ ਜਿਹੜੇ ਭਾਰਤ ਦੇਸ਼ ਦੇ ਲੋਕ ਹਨ ਉਹਨਾਂ ਦਾ ਪਰਮਾਤਮਾ ਦੇ ਪ੍ਰਤੀ ਜਿਹੜੀ ਆਸਥਾ ਹੈ, ਜਿਹੜਾ ਵਿਸ਼ਵਾਸ ਹੈ ਉਹ ਬਹੁਤ ਅਟੁੱਟ ਹੈ, ਉਹ ਬਹੁਤ ਜ਼ਿਆਦਾ ਹੈ, ਜਿਸ ਦੇ ਕਾਰਨ ਲੋਕ ਬਿਨਾਂ ਕਠਿਨਾਈਆਂ ਨੂੰ ਪਾਰ ਕਰਦੇ ਹੋਏ ਭਗਵਾਨ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਆਪਣੀ ਯਾਤਰਾ ਨੂੰ ਸੰਪੂਰਨ ਕਰਦੇ ਹਨ। ਇਸ ਵਿੱਚ ਅਸੀਂ ਗੰਗਾ ਨੂੰ ਇਸ ਧਰਤੀ 'ਤੇ ਕਿਸ ਨੇ ਲਿਆਂਦਾ? ਭਾਗੀਰਥੀ ਨੇ। ਕਿਸ ਨੇ ਲਿਆਂਦਾ? ਭਾਗੀਰਥੀ ਨੇ। ਅਤੇ ਜਿਹੜਾ ਅੱਜ ਕੱਲ੍ਹ ਦਾ ਮੰਦਿਰ ਹੈ ਬਦਰੀਨਾਥ, ਇਸ ਦਾ ਨਿਰਮਾਣ ਕਿਸ ਨੇ ਕੀਤਾ? ਗੜਵਾਲ ਦੇ ਰਾਜਾ ਭੋਗਦੱਤ ਨੇ।
ਤੇ ਇਸ ਪਾਠ ਤੋਂ ਬੱਚੋ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਪਵਿੱਤਰ ਸਥਾਨਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਤੇ ਪ੍ਰਦੂਸ਼ਣ ਦੀ ਮਾਤਰਾ ਨੂੰ ਘੱਟ ਕਰਨਾ ਚਾਹੀਦਾ ਹੈ। ਪ੍ਰਦੂਸ਼ਣ ਦੀ ਮਾਤਰਾ ਮਨੁੱਖ ਦੇ ਨਾਲ ਨਾਲ ਦੇਖੋ ਇਸ ਪਾਠ ਵਿੱਚ ਸਾਨੂੰ ਇਹ ਵੀ ਪਤਾ ਚੱਲਿਆ ਕਿ ਭਗਵਾਨ ਦੀ ਮੂਰਤੀ ਦਾ ਇੱਕ ਸੱਜਾ ਜਿਹੜਾ ਖੱਬਾ ਹੱਥ ਹੈ ਉਹ ਘਟਦਾ ਜਾ ਰਿਹਾ, ਪ੍ਰਦੂਸ਼ਣ ਦੇ ਕਾਰਨ ਉਹ ਵੀ ਦੂਸ਼ਿਤ ਹੋ ਰਿਹਾ ਹੈ। ਕਲੀਅਰ ਬੱਚੋ, ਸਮਝ ਆ ਗਿਆ ਤੁਹਾਨੂੰ ਪਾਠ? ਸਾਨੂੰ ਵੀ ਕਦੇ ਨਾ ਕਦੇ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਤੀਰਥ ਸਥਾਨਾਂ ਦੀ ਯਾਤਰਾ ਕਰਨ ਨਾਲ ਸਾਨੂੰ ਪਰਮਾਤਮਾ ਦੇ ਵੱਖ-ਵੱਖ ਰੂਪਾਂ ਦਾ ਪਤਾ ਚੱਲਦਾ ਹੈ, ਮਨ ਸਾਫ਼ ਹੁੰਦਾ ਹੈ ਤੇ ਮਨ ਵਿੱਚ ਚੰਗੇ ਵਿਚਾਰਾਂ ਦਾ ਵਾਸ ਹੁੰਦਾ ਹੈ। ਇਸ ਦੇ ਨਾਲ ਸਾਨੂੰ ਆਪਣੇ ਧਾਰਮਿਕ ਇਤਿਹਾਸ ਬਾਰੇ ਵੀ ਪਤਾ ਚੱਲਦਾ ਹੈ। ਅੱਗੇ ਹਨ ਬੱਚੋ ਇਸ ਦੇ ਔਖੇ ਸ਼ਬਦਾਂ ਦੇ ਅਰਥ। ਵੈਸੇ ਤਾਂ ਤੁਹਾਨੂੰ ਸਭ ਨੂੰ ਨਾਲ ਨਾਲ ਕਰਵਾ ਦਿੱਤੇ ਹਨ, ਫਿਰ ਵੀ ਇੱਕ ਵਾਰ ਅਸੀਂ ਦੁਬਾਰਾ ਕਰਨੇ ਆ। ਕਠਨ, ਕਠਨ ਕੀ ਹੁੰਦਾ? ਔਖੀ, ਕਠਨ ਔਖੀ। ठप हो के रह जाना, खत्म हो जाना, ठप हो के रह जाना, खत्म हो जाना। मन कड़ा करके, मन नू पक्का करके, मन कड़ा करके, मन नू पक्का करके। प्रवेश दाखला, प्रवेश दाखला। द्वार दरवाजा, द्वार दरवाजा। वाह वहना, वाह वहना। संगम मिलाप, संगम मिलाप। आराधना पूजा भक्ति करना। राजा पूजा विराजमान सी बंद सी, विराजमान सी बंद सी। जटा वालां, जटा की हुंदे वाल। आसमान नाल गल्ला करदे उच्चे उच्चे, आसमान नाल गल्ला करदे उच्चे उच्चे। स्थापित किता, होंद विच लिआंदा, किसी चीज़ नूं बनाना, स्थापित करना। जोखम भरिया खतरे वाला, जोखम भरिया खतरे वाला। वड्डी मात्रा बहुत गिनती। बच्चों जिहड़ा हरिद्वार है एक पवित्र स्थान है। हिंदू लोग इत्थे मित्रा दियां अस्थियां तारन लई भी आउंदे हन। हिंदू धर्म विच आस्था है, किसी दे परिवार विच कोई भी बंदा मर जांदा है ते उस दियां मृतक बंदे दियां जिहड़ी अस्थियां हन, हड्डियां हन, उस नूं नदी हरिद्वार विच तराउंदे हन। पंतजलि योग आश्रम भी हरिद्वार विच है, ये स्वामी रामदेव जी ने बनाया है। हरिद्वार ऋषिकेश ਤੋਂ ਹੀ ਹੇਮਕੁੰਟ ਸਾਹਿਬ ਦੀ ਯਾਤਰਾ ਆਰੰਭ ਹੁੰਦੀ ਹੈ ਤੇ ਇਹ ਸਥਾਨ ਉੱਤਰਾਖੰਡ ਪ੍ਰਦੇਸ਼ ਵਿੱਚ ਹੈ।